ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੁੜ ਰਹੇ ਨੇ ਵਿਟਸਰ ਸਿੰਘ ਬਲਟੋਹਾ ਜੀ। ਉਹਨਾਂ ਦਾ ਰੁਖ ਕਰਦੇ ਹਾਂ। ਬਲਟੋਹਾ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂਜੀ ਗੌਰਵ ਜੀ, ਬਿਲਕੁਲ ਜੀ। ਬਲਟੋਹਾ ਸਾਹਿਬ, ਤੁਹਾਡਾ ਫਸਟ ਰਿਐਕਸ਼ਨ, ਤੁਸੀਂ ਸੁਣਿਆ ਹੋਵੇਗਾ ਕਿ ਕੀ ਕੁਝ ਬਿਆਨ ਸਿੰਘ ਹੋਰਾਂ ਦੇ ਵੱਲੋਂ ਕਿਹਾ ਗਿਆ ਜੋ ਜਨਰਲ ਸ਼ੁਭੇਗ ਸਿੰਘ ਦੇ ਭਰਾ ਨੇ। ਦੇਖੋ ਗੌਰਵ, ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜਨਰਲ ਸ਼ੁਭੇਗ ਸਿੰਘ ਦਾ ਪਰਿਵਾਰ ਬਹੁਤ ਸਤਿਕਾਰਤ ਪਰਿਵਾਰ ਹੈ। ਇਸੇ ਤਰ੍ਹਾਂ ਜਿਹੜੇ ਹੋਰ ਕੌਮੀ ਸ਼ਹੀਦ ਨੇ ਉਹਨਾਂ ਦੇ ਪਰਿਵਾਰ ਵੀ ਬਹੁਤ ਸਤਿਕਾਰਤ ਨੇ। ਪਰ ਜੇ ਕੋਈ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ ਜਾਂ ਗਲਤ ਬਿਆਨਬਾਜ਼ੀ ਕਰਦਾ ਹੈ ਤੇ ਉਹਦੇ ਤੇ ਇਹ ਮੇਰੇ ਵਰਗੇ ਨੂੰ ਹਰ ਇੱਕ ਨੂੰ ਜਿਹੜਾ ਆ ਇਤਰਾਜ਼ ਹੈ ਜੀ। ਪਹਿਲੀ ਤੇ ਗੱਲ ਹੈ ਕਿ ਕੌਮੀ ਸ਼ਹੀਦ ਦਾ ਕੋਈ ਰਿਸ਼ਤੇਦਾਰ ਹੋਣਾ, ਇਹ ਜੇ ਉਹ ਕੋਈ ਗੱਲ ਕਰ ਰਿਹਾ ਤੇ ਇਹ ਕੋਈ ਸੱਚਾਈ ਨਹੀਂ। ਮੈਨੂੰ ਪਤਾ ਹੈ ਕਿ ਕਿਉਂਕਿ ਅਸੀਂ ਸ਼ੁਰੂ ਤੋਂ ਲੈ ਕੇ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਜਾਂ ਸੰਤਾਂ ਨੇ ਉੱਥੇ ਆਣ ਕੇ ਨਾਨਕ ਵਾਸਤੇ ਡੇਰੇ ਲਾਏ ਆ, ਤੇ ਅਸੀਂ ਸਾਰੇ ਫੈਡਰੇਸ਼ਨ ਵਾਲੇ ਜਿਹੜੇ 10-15 ਸੀਗੇ, ਜਿਹੜੇ ਮੋਢੀ ਸੀਗੇ, ਉਹ ਅਸੀਂ ਉਸ ਸਮੇਂ ਤੋਂ ਨਾਲ ਸੀਗੇ ਔਰ ਅਖੀਰਲੇ ਦਿਨ ਤੱਕ ਅਸੀਂ ਨਾਲ ਰਹੇ ਹਾਂ। 3 ਤਰੀਕ ਸ਼ਾਮ ਤੱਕ ਅਸੀਂ ਸੰਤਾਂ ਦੇ ਨਾਲ ਰਹੇ ਹਾਂ। ਕਿਉਂਕਿ ਜਦੋਂ ਉੱਥੇ ਹੁਣ ਮੋਟੀ ਜੀ ਗੱਲ ਹੈ ਕਿ ਕਿਸੇ ਗੱਲ ਤੋਂ ਉਹਲਾ ਨਹੀਂ ਗਿਆ ਕਿ ਜਦੋਂ ਉੱਥੇ ਜਿਹੜਾ ਅਸਲਾ ਹੈ ਉਹ ਵੰਡਿਆ ਗਿਆ, ਉਹ 3 ਤਰੀਕ ਸ਼ਾਮ ਤੱਕ ਵੰਡਿਆ ਗਿਆ ਕਿਉਂਕਿ 4 ਨੂੰ ਤੜਕੇ ਅਟੈਕ ਸ਼ੁਰੂ ਹੋ ਜਾਂਦਾ ਹੈ। ਤੇ ਉਹ ਜਿਹੜਾ ਸੀਗਾ ਉਹ ਸਾਰੇ ਹੀ ਉੱਥੇ ਆਵਾਜਾਈ ਸੀਗੀ, ਬੜੀ ਸਰਗਰਮੀ ਚੱਲ ਰਹੀ ਸੀਗੀ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ 1 ਤਰੀਕ ਨੂੰ ਪਹਿਲਾਂ ਗੋਲੀ ਚੱਲਦੀ ਹੈ ਔਰ ਫਿਰ ਸ਼ਾਮਾਂ ਤੱਕ ਚੱਲਦੀ ਰਹਿੰਦੀ ਹੈ ਤੇ 2 ਤਰੀਕ ਨੂੰ ਜਿੱਥੇ ਜਿੱਥੇ ਕੋਈ ਕਮੀ ਸੀਗੀ ਮੋਰਚਾਬੰਦੀ ਦੀ, ਉਹ ਜਿਹੜੀ ਮੋਰਚਾਬੰਦੀ ਕਰਨ ਵਾਸਤੇ ਸਾਰਿਆਂ ਦਾ ਧਿਆਨ ਉਸ ਪਾਸੇ ਸੀਗਾ। ਔਰ ਮੈਂ ਖੁਦ ਧਿਆਨ 'ਚ ਲਿਆਂਦਾ ਕਿ ਜਿਹੜੀ ਪਾਣੀ ਵਾਲੀ ਟੈਂਕੀ ਹੈ ਬਹੁਤ ਉਚਾਈ ਤੇ ਹੈ, ਜੇ ਇਹਦੇ ਉੱਤੇ ਮੋਰਚਾ ਬਣਾ ਲਿਆ ਜਾਵੇ ਤੇ ਉਹਦਾ ਫਾਇਦਾ ਰਹੇਗਾ। ਔਰ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੇ ਜਨਰਲ ਸ਼ੁਭੇਗ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ, ਮੈਨੂੰ ਲੰਬੂ ਕਹਿੰਦੇ ਹੁੰਦੇ ਸੀ, ਕਿ ਤੁਸੀਂ ਲੰਬੂ ਦੇ ਨਾਲ ਜਾਓ, ਜਨਰਲ ਸਾਹਿਬ ਆਪ ਚੈੱਕ ਕਰਕੇ ਆਓ, ਇਹਨਾਂ ਦੇ ਨਾ ਛੱਡਿਆ ਜੀ। ਤੇ ਜਨਰਲ ਸਾਹਿਬ ਮੇਰੇ ਨਾਲ ਆਪ, ਜਨਰਲ ਸ਼ੁਭੇਗ ਸਿੰਘ ਹੋਰੀ ਅਕਾਲ ਤਖਤ ਤੋਂ ਪਾਣੀ ਵਾਲੀ ਟੈਂਕੀ ਜਿਹੜੀ ਗੁਰੂ ਰਾਮਦਾਸ ਰਾਂ ਦੇ ਪਿਛਲੇ ਪਾਸੇ ਆ ਉੱਥੇ ਪਹੁੰਚੇ ਤੇ ਮੈਨੂੰ ਕਹਿੰਦੇ, ਮੈਨੂੰ ਉਹ ਛੋਟੇ ਨਾਂ ਤੋਂ ਹੀ ਬਲਟੋਹਾ ਤੋਂ, ਬਲਟੋਏ ਤੂੰ ਕੀ ਪੰਗਾ ਪਾਤਾ ਆ, ਮੈਨੂੰ ਕਿੱਥੇ ਚੜਾਏਗਾ, ਬੁੱਢਾ ਬੰਦਾ ਮੈਂ, ਮੇਰੇ ਤੇ ਅੱਗੇ ਬੈਕੇਜ, ਉਹਨਾਂ ਦੇ ਬੈਕੇਜ ਦੀ ਪ੍ਰੋਬਲਮ ਸੀਗੀ। ਪਰ ਉਹ ਸੰਤਾਂ ਦਾ ਹੁਕਮ ਮੰਨ ਕੇ ਕਹਿੰਦੇ ਹੁਣ ਚੜਾਂਗੇ। ਫਿਰ ਚੜੇ, ਉਹ ਪਾਣੀ ਵਾਲੀ ਟੈਂਕੀ ਵੀ ਚੜ ਕੇ ਬਹੁਤ ਉੱਚੀ ਸੀਗੀ। ਉੱਥੇ ਚੜ ਕੇ ਉਹਨਾਂ ਸਾਰਿਆਂ ਨੂੰ ਦੇਖਣ ਕਰਕੇ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਕਿ ਇਹ ਤੁਹਾਡਾ ਸਹੀ ਨਹੀਂ, ਪਰ ਜੇ ਇਹਨੂੰ ਤੁਸੀਂ ਮੋਰਚੇ ਦਾ ਰੂਪ ਦੇਣਾ ਤੇ ਇਹਨੂੰ ਇਸ ਰੂਪ 'ਚ ਦਿਓ। ਹਾਂਜੀ, ਇਹ ਅਖੀਰ ਤੱਕ ਜਿਹੜਾ ਆ ਫਿਰ ਅਸੀਂ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਹਨਾਂ ਡਾਇਰੈਕਸ਼ਨ ਦਿੱਤੀ, ਕਿਸ ਤਰ੍ਹਾਂ ਉੱਥੇ ਪੱਧਰਾ ਕੀਤਾ, ਕਿਸ ਤਰ੍ਹਾਂ ਅਸੀਂ ਉੱਥੇ ਬੋਰੀਆਂ ਲਾਈਆਂ, ਕਿਵੇਂ ਅਸੀਂ ਇਹਨੂੰ ਮੋਰਚੇ ਦਾ ਰੂਪ ਦਿੱਤਾ, ਉਹ ਸਾਰਾ ਕੁਛ ਹੀ ਅੱਜ ਵੀ ਮੈਨੂੰ ਉਸੇ ਤਰ੍ਹਾਂ ਹੀ ਜਨਰਲ ਸ਼ੁਭੇਗ ਸਿੰਘ ਹੋਰਾਂ ਦਾ ਜਿਹੜਾ ਆ ਉਹ ਸਾਰਾ ਸਾਹਮਣੇ ਆਉਂਦਾ। ਪਰ ਗੱਲ ਹੈ ਕਿ 3 ਤਰੀਕ ਤੱਕ ਜਾਂ 2 ਤਰੀਕ ਨੂੰ 3 ਤਰੀਕ ਨੂੰ ਜਿਸ ਤਰੀਕੇ ਨਾਲ ਸਰਗਰਮੀ ਚੱਲਦੀ ਰਹੀ ਤੇ ਇਹ ਗੱਲ ਕਹਿ ਦੇਣੀ ਕਿ ਸੰਤ ਉੱਥੋਂ ਨਿਕਲਣਾ ਚਾਹੁੰਦੇ ਸੀ। ਨਿਕਲਣਾ ਚਾਹੁੰਦੇ ਕੀ ਉਹਨਾਂ ਦੀ ਕਮਜ਼ੋਰੀ ਨਾ, ਕੀ ਉਹ ਲੜਨਾ ਨਹੀਂ ਸੀ ਚਾਹੁੰਦੇ, ਕੀ ਉਹ ਜਾਂ ਤੇ ਇਹ ਅਜੇ ਸਾਹਿਬ ਬੇਅੰਤ ਸਿੰਘ ਹੋਰੀ ਇਹ ਕਹਿ ਦਿੰਦੇ ਕਿ ਸੰਤ ਚਾਹੁੰਦੇ ਸੀ ਕਿ ਮੈਂ ਬਾਹਰ ਨਿਕਲ ਕੇ ਲੜਾਂ, ਉਹ ਲੜਾਈ ਤੋਂ ਨਹੀਂ ਸੀ ਭੱਜਦੇ। ਉਹਨਾਂ ਨੇ ਇੱਥੇ ਕਿਹਾ ਸੀਗਾ, ਬੜੀ ਵਾਰ ਕਿਹਾ ਸੀਗਾ, ਜੇ ਕੋਈ ਇੱਥੇ ਆਊਗਾ ਤੇ ਟਰੱਕਾਂ ਤੇ ਲੱਦ ਕੇ ਭੇਜੂਗਾ। ਹਾਂ, ਕੋਈ 1000-1500 ਲੈ ਕੇ ਕੋਈ ਹਜ਼ਾਰਾਂ ਦੀ ਤਾਦਾਦ 'ਚ ਕਰਕੇ ਉਸ ਤੋਂ ਬਾਅਦ ਮਤਲਬ ਮੇਰੀ ਵੀ ਜ਼ਿੰਦਗੀ ਲੇਖੇ ਲੱਗ ਜਾਵੇ ਤੇ ਕੋਈ ਗੱਲ ਨਹੀਂ, ਉਹ ਮਿੱਟੀ ਹੈ। ਇਹ ਸੰਤਾਂ ਦੇ ਸ਼ਬਦ ਹੁੰਦੇ ਸੀਗੇ ਔਰ ਸੰਤ ਉਹ ਸੀਗੇ ਜਿਹੜੇ ਆਪਦੀ ਗੱਲ ਤੇ ਪਹਿਰਾ ਦੇਣ ਵਾਲੇ ਸੀ। ਹੁਣ ਮੈਂ ਦੱਸਦਾ ਕਿ ਗੌਰਵ, ਮੈਂ ਸਰਗਰਮ ਰਿਹਾ ਜੀ, ਔਰ ਮੇਰਾ ਪਰਿਵਾਰ, ਮੇਰੇ ਭਰਾ ਨੇ, ਮੇਰਾ ਮਾਂ-ਬਾਪ ਸੀ। ਜੇ ਮੰਨ ਲਓ ਮੈਂ ਕਿਸੇ ਤਰੀਕੇ ਨਾਲ ਉੱਥੇ ਲੇਖੇ ਲੱਗ ਜਾਂਦਾ ਤਾਂ ਪਿੱਛੋਂ ਉੱਠ ਕੇ ਕੋਈ ਮੇਰੇ ਪਰਿਵਾਰ ਦਾ ਜੀ ਐਵੇਂ ਕਹਾਣੀਆਂ ਬਣਾ ਕੇ ਉੱਥੇ ਪੇਸ਼ ਕਰੀ ਜਾਵੇ, ਇਹ ਤਾਂ ਗੱਲ ਕੋਈ ਬਣਦੀ ਨਹੀਂ। ਅਜੇ ਕਿ ਮੇਰੇ ਪਰਿਵਾਰ ਨੇ ਸਾਰਿਆਂ ਨੇ ਛਿੱਤਰ ਖਾਧੇ ਆ। ਹਾਂਜੀ, ਮੇਰਾ ਇੱਕ ਛੋਟਾ ਭਰਾ ਉਸ ਸਮੇਂ ਵੀ ਮੂਵਮੈਂਟ ਦੇ ਵਿੱਚ ਇਨਵੋਲਵ ਸੀਗਾ ਤੇ ਜੇ ਉਹ ਉੱਠ ਕੇ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਕਰੀ ਜਾਵੇ, ਬਾਅਦ 'ਚ ਮੰਨ ਲਓ ਜੇ ਵਿਰਸਾ ਉਹ ਲੇਖੇ ਲੱਗ ਜਾਂਦਾ ਜਾਂ ਵਿਰਸਾ ਉਹ ਕੋਈ ਹੋਰ ਉਸ ਸਮੇਂ ਹੋ ਜਾਂਦਾ ਤੇ ਇਹ ਤਾਂ ਗੱਲ ਕੋਈ ਹੈ ਨਹੀਂ ਕਿਉਂਕਿ ਉਹਦੇ ਕੋਲ ਸਾਰੀ ਜਾਣਕਾਰੀ ਸੀ। ਇਸ ਕਰਕੇ ਸੰਤਾਂ ਦੇ ਅਕੀਦੇ ਤੇ ਸਵਾਲ ਖੜਾ ਕਰਨਾ, ਹਾਂ ਇਹ ਬਿਲਕੁਲ ਗੱਲ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੀ, ਇਸ ਰੂਪ 'ਚ ਹਮਲੇ ਦੀ ਕਿਸੇ ਨੂੰ ਵੀ ਆਸ ਨਹੀਂ ਸੀ। ਔਰ ਕਿਉਂਕਿ ਇੱਕ ਬੰਨੇ ਤੇ ਸਰਕਾਰ ਜਿਹੜੀ ਹੈ ਸੰਤਾਂ ਦੇ ਨਾਲ ਗੱਲਬਾਤ ਕਰ ਰਹੀ ਸੀ, ਏਲਚੀ ਭੇਜ ਰਹੀ ਸੀ
ਔਰ ਸੰਤਾਂ ਦੇ ਸਾਡੇ ਨਾਲ ਸ਼ਬਦ ਹੁੰਦੇ ਸੀਗੇ ਕਿ ਫੈਡਰੇਸ਼ਨ ਵਾਲੇ ਹੁਣ ਮੋਰਚਾ ਫਤਿਹ ਹੋ ਜਾਣਾ ਆ ਤੇ ਉਸ ਤੋਂ ਬਾਅਦ ਆਪਾਂ ਜਲੂਸ ਕੱਢਣੇ, ਜਲੂਸ ਜਿਹੜਾ ਮਾਰਚ ਕੱਢਣੇ ਜਾਂ ਆਪਾਂ ਦੂਸਰੇ ਕਰੀਏ ਉਹਨੂੰ ਜਲੂਸ ਕਹਿੰਦੇ ਹੁੰਦੇ ਸੀ। ਆਪਾਂ ਪੰਜਾਬ 'ਚ ਜਲੂਸ ਕੱਢਾਂਗੇ ਜੇਤੂ, ਤੁਸੀਂ ਬੱਸ ਦੇ ਉੱਪਰ ਵਿਆਹ ਕਰਨਾ ਕਿ ਵਿੱਚ ਵਿਆਹ ਕਰਨਾ, ਹਾਸੇ ਠਿੱਠੇ ਚੱਲਦੇ ਹੁੰਦੇ ਸੀਗੇ। ਤੇ ਇੱਥੋਂ ਤੱਕ ਤੇ ਗੱਲਾਂ ਸਰਕਾਰਾਂ ਕਰਦੀਆਂ ਰਹੀਆਂ ਨੇ। ਇਸ ਕਰਕੇ ਜਿਹੜਾ ਹੈ ਜਨਰਲ ਸ਼ਬੇਗ ਸਿੰਘ ਹੋਰੀ ਕੌਮੀ ਸ਼ਹੀਦ ਨੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਸਰਦਾਰ ਬੇਅੰਤ ਸਿੰਘ ਹੋਰੀ ਸਾਡੇ ਬਹੁਤ ਸਤਿਕਾਰਤ ਨੇ। ਔਰ ਹੈਰਾਨੀ ਇਸ ਗੱਲ ਦੀ ਗੌਰਵ ਕਿ ਜਿੰਨੀਆਂ ਕਿਤਾਬਾਂ ਆ ਰਹੀਆਂ ਨੇ ਜੀ, ਜਿੰਨੀਆਂ ਇੰਟਰਵਿਊ ਆ ਰਹੀਆਂ ਨੇ ਜੀ, ਜਿੰਨੀਆਂ ਵੀਡੀਓਜ਼ ਆ ਰਹੀਆਂ ਨੇ, ਉਹਨਾਂ ਦੇ ਵਿੱਚ ਇੰਨਾ ਮਿਲਗੋਭਾ ਆ ਉਸ ਸਮੇਂ ਨੂੰ ਲੈ ਕੇ, ਉਸ ਹਿਸਟਰੀ ਨੂੰ ਲੈ ਕੇ, ਉਸ ਐਕਸ਼ਨ ਨੂੰ ਲੈ ਕੇ, ਉਸ ਹਮਲੇ ਨੂੰ ਲੈ ਕੇ, ਉਸ ਮੂਵਮੈਂਟ ਨੂੰ ਲੈ ਕੇ ਕਿ ਅਸੀਂ ਖੁਦ ਜਿਹੜਾ ਆ ਮਤਲਬ ਇੰਨਾ ਦੁਖੀ ਹੁੰਦੇ, ਮੱਥੇ ਤੇ ਹੱਥ ਮਾਰਦੇ ਆ, ਇਹ ਕੀ ਪਰੋਸਿਆ ਜਾ ਰਿਹਾ। ਨਹੀਂ ਪਰ ਵਲਟੋਆ ਸਾਹਿਬ ਦੇਖੋ, ਲੋਕ ਇਸ ਸਮੇਂ ਤੁਹਾਨੂੰ ਸੁਣ ਰਹੇ ਨੇ, ਲੋਕ ਇਹ ਵੀ ਸਮਝਣਾ ਚਾਹੁੰਦੇ ਹੋਣਗੇ ਕਿ ਜਨਰਲ ਸ਼ਬੇਗ ਸਿੰਘ ਇੱਕ ਵੱਡਾ ਨਾਮ ਹੈ, ਤੁਸੀਂ ਖੁਦ ਸਮਝਦੇ ਹੋ, ਪੰਜਾਬ ਦੇ ਲੋਕ ਵੀ ਸਮਝਦੇ ਨੇ, ਤਾਂ ਉਹਨਾਂ ਦੇ ਭਰਾ ਨੂੰ ਅੱਜ 39 ਸਾਲ ਬਾਅਦ ਇਹ ਗੱਲ ਰੱਖਣ ਦੀ ਜ਼ਰੂਰਤ ਕਿਉਂ ਪੈ ਗਈ? ਆਖਿਰ ਕਿਉਂ ਇਸ ਤਰੀਕੇ ਨਾਲ ਉਹ ਕਹਿਣਗੇ? ਮੈਂ ਇੱਥੇ ਕਲੈਰੀਫਾਈ ਵੀ ਕਰ ਦਵਾਂ, ਸ਼ਾਇਦ ਦਰਸ਼ਕ ਇਸ ਗੱਲ ਨੂੰ ਜ਼ਰੂਰ ਜਾਣਨਾ ਚਾਹਣਗੇ। ਇੰਟਰਵਿਊ ਨੂੰ ਜਿੰਨਾ ਅਸੀਂ ਸਮਝ ਪਾਏ ਆ ਇਸ ਸਵਾਲ ਦੇ ਜਵਾਬ ਨੂੰ, ਵਲਟੋਆ ਸਾਹਿਬ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਨਹੀਂ ਕਿ ਉੱਥੇ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਈ ਡਰ ਦੀ ਵਜ੍ਹਾ ਨਾਲ ਭੱਜਣਾ ਚਾਹੁੰਦੇ ਸੀ ਜਾਂ ਜਾਣਾ ਚਾਹੁੰਦੇ ਸੀ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਚਾਹੁੰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਾ ਹੋਵੇ, ਇਸ ਕਰਕੇ ਉਹ ਅਕਾਲ ਤਖਤ ਸਾਹਿਬ ਨੂੰ ਛੱਡਣਾ ਚਾਹੁੰਦੇ ਸੀ। ਉਹਨਾਂ ਦੇ ਕਹਿਣ ਦਾ ਭਾਵ ਇਹ ਸੀ। ਤੁਹਾਨੂੰ ਕੀ ਲੱਗਦਾ ਕਿ ਆਖਿਰ ਉਹਨਾਂ ਨੂੰ ਅੱਜ ਆ ਕੇ 39 ਸਾਲ ਬਾਅਦ ਕੀ ਜ਼ਰੂਰਤ ਪੈ ਗਈ ਕਿ ਉਹ ਇਸ ਦੇ ਉੱਤੇ ਸਟੇਟਮੈਂਟ ਦੇ ਰਹੇ ਨੇ? ਦੇਖੋ, ਸਵਾਲ ਕਿਸ ਰੂਪ ਚ ਕੀਤਾ, ਉਹਦਾ ਜਵਾਬ ਕਿਸ ਰੂਪ ਚ ਆਇਆ ਜੀ, ਸਾਰੀ ਇੰਟਰਵਿਊ ਕੀ ਹੈ, ਜਦੋਂ ਸਾਰੀ ਇੰਟਰਵਿਊ ਅਸੀਂ ਸੁਣੀਏ ਤੇ ਸਵਾਲ ਕਿਸ ਰੂਪ ਚ ਹੋਇਆ ਸੀ, ਉਸ ਰੂਪ ਚ ਉਹਨਾਂ ਕੀ ਜਵਾਬ ਦਿੱਤਾ। ਕਿਉਂਕਿ ਜਿਹੜਾ ਬੰਦਾ ਉਸ ਮੂਵਮੈਂਟ ਦੇ ਨਾਲ ਜਾਂ ਉਹਨਾਂ ਆਖਰੀ ਦਿਨਾਂ ਦੇ ਨਾਲ ਨਹੀਂ ਜੁੜਿਆ ਹੋਇਆ, ਉਹ ਕਈ ਵਾਰ ਉਹਨੂੰ ਅਗਿਆਨਤਾ ਹੁੰਦੀ ਹੈ। ਉਹ ਆਪਦੇ ਤਰੀਕੇ ਨਾਲ ਕਿ ਸੰਤ ਨਹੀਂ ਸੀ ਚਾਹੁੰਦੇ ਮੈਂ ਅਕਾਲ ਤਖਤ ਤੇ ਰਵਾਂ, ਮੈਂ ਉਹ ਛੱਡਣਾ ਚਾਹੁੰਦੇ ਸੀਗੇ ਵੀ ਮਤਲਬ ਸਵਾਲ ਕੀ ਰਿਹਾ ਅਜਿਹਾ ਹੋ ਸਕਦਾ ਹੈ ਕਿ ਇਹ ਵੀ ਗੱਲ ਉੱਠਦੀ ਹੈ ਜੀ ਕਿ ਸੰਤਾਂ ਕਰਕੇ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤੇ ਹੋ ਸਕਦਾ ਕਿ ਸਾਹਿਬ ਬੇਅੰਤ ਸਿੰਘ ਹੋਰੀ ਕਹਿੰਦੇ ਹੁਣ ਇਸ ਗੱਲ ਨੂੰ ਕਵਰ ਕਰਨ ਲਈ ਖਾਤਰ ਕਿ ਨਹੀਂ ਸੰਤ ਨਹੀਂ ਸੀ ਚਾਹੁੰਦੇ, ਉੱਥੋਂ ਨਿਕਲਣਾ ਚਾਹੁੰਦੇ ਸੀਗੇ। ਇਹ ਇੱਕ ਗੱਲ ਵੱਖਰੀ ਹੈ, ਪਰ ਇਸ ਗੱਲ ਨੂੰ ਕਵਰ ਵੀ ਨਹੀਂ ਕਰਨਾ ਚਾਹੀਦਾ। ਜੋ ਅਸਲੀਅਤ ਆ ਉਹ ਸਾਹਮਣੇ ਹੈ। ਉਹ ਵੀ ਇਹੀ ਦਾਵਾ ਕਰਦੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 3 ਤਰੀਕ ਤੱਕ ਤੁਸੀਂ ਉੱਥੇ ਸੀ, ਤੁਹਾਡੇ ਤੋਂ ਪਹਿਲਾਂ ਗੁਰਚਰਨ ਗਰੇਵਾਲ ਜੀ ਜੁੜੇ ਹੋਏ ਸੀ, ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਮੈਂ ਖੁਦ 3 ਤਰੀਕ ਤੱਕ ਉੱਥੇ ਮੌਜੂਦ ਸੀ। ਬਿਆਨ ਸਿੰਘ ਵੀ ਦਾਵਾ ਕਰ ਰਹੇ ਨੇ ਕਿ ਉਹ ਆਪਣੇ ਮਾਤਾ ਦੇ ਨਾਲ, ਸ਼ਬੇਗ ਸਿੰਘ ਦੀ ਮਾਤਾ ਦੇ ਨਾਲ, ਉਹ ਵੀ ਉੱਥੇ ਮੌਜੂਦ ਸੀ। 3 ਤਰੀਕ ਨੂੰ ਉਹ ਵੀ ਬਾਹਰ ਆਏ ਨੇ। ਭਾਈ ਸਾਹਿਬ ਕਾਹਦੇ ਲਈ ਗੱਲਾਂ ਕਰੀ ਜਾਂਦੇ ਜੀ? 3 ਤਰੀਕ ਨੂੰ ਤਾਂ ਕੋਈ ਬੀਬੀ ਉੱਥੇ ਰਹਿਣ ਹੀ ਨਹੀਂ ਦਿੱਤੀ। ਬੀਬੀਆਂ ਤਾਂ ਪਹਿਲਾਂ ਤੋਰਤੀਆਂ ਸੀਗੀਆਂ ਜੀ, ਜਿੰਨੀਆਂ ਬੀਬੀਆਂ ਮਾਈਆਂ ਧੀਆਂ ਭੈਣਾਂ ਸੀਗੀਆਂ ਸਾਰੀਆਂ ਪਹਿਲਾਂ ਉੱਥੋਂ ਤੋਰਤੀਆਂ ਸੀਗੀਆਂ। ਕੋਈ ਵਿਰਲੀ ਉੱਥੇ ਰਹੀ ਜਿਹੜੀ ਵੇਰ ਕੇ ਰਹੀ ਹੈ ਜੀ, ਹਾਂਜੀ, ਬਾਕੀ ਸਭ ਭੇਜਤੀਆਂ ਸੀਗੀਆਂ। ਔਰ ਇੱਥੋਂ ਤੱਕ ਕਿ ਫੈਡਰੇਸ਼ਨ ਦੀ ਪ੍ਰਧਾਨ ਸੀ ਬੀਬੀ ਪੁਕਾਰ ਕੌਰ, ਉਹ ਜਾਣਾ ਨਹੀਂ ਸੀ ਚਾਹੁੰਦੀ। ਭਾਈ ਹਰਮਿੰਦਰ ਸਿੰਘ ਸੰਧੂ ਦੀ ਵਾਈਫ ਸੀਗੀ ਪਰਮਜੀਤ ਕੌਰ, ਉਹ ਜਾਣਾ ਨਹੀਂ ਸੀ ਚਾਹੁੰਦੀ, ਉਹਨਾਂ ਨੂੰ ਧੱਕੇ ਨਾਲ ਘੱਲਿਆ। ਔਰ ਪਰ ਫਿਰ ਵੀ ਬਾਹਰ ਜਾ ਕੇ ਉਹ ਜਿੱਥੇ ਬਾਬਾ ਟੱਲ ਜੀ ਦਾ ਸਥਾਨ ਹੈ ਉੱਥੇ ਉਹ ਜਿਹੜੀਆਂ ਬਾਕੀ ਬੀਬੀਆਂ ਅੱਗੇ ਚਲੇ ਗਈਆਂ, ਉਹ ਸਾਡੇ ਤੋਂ ਉਹਲੇ ਹੋ ਗਈਆਂ, ਪਰ ਉੱਥੇ ਜਾ ਕੇ ਬੈਠੀਆਂ ਰਹੀਆਂ। ਜਦੋਂ ਫੌਜ ਐਂਟਰ ਹੋਈ ਹੈ ਉੱਥੇ ਉਹਨਾਂ ਨੇ ਉਹ ਪਿਸਟਲ ਲੈ ਗਈਆਂ ਇੱਥੋਂ, ਹਾਂਜੀ, ਉੱਥੇ ਉਹਨਾਂ ਨੇ ਗੋਲੀ ਚਲਾਤੀ, ਉਹ ਉੱਥੇ ਦੋਨੋਂ ਮਾਰੀਆਂ ਗਈਆਂ। ਇਸ ਕਰਕੇ ਜਿਹੜਾ ਕੋਈ ਬੀਬੀ ਉੱਥੇ ਤੈਨੂੰ ਨਹੀਂ ਸੀ ਹੈਗੀ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਾਂ ਜੀ, ਸਾਡਾ 5 ਤਰੀਕ ਤੱਕ, ਕਿਉਂਕਿ ਸਾਡੀ ਡਿਊਟੀ ਇੱਧਰਲੇ ਪਾਸੇ ਸੀਗੀ, ਅਕਾਲ ਤਖਤ ਸਾਹਿਬ ਤੇ ਨਹੀਂ ਸੀ, ਸਰਾਂ ਵਾਲੇ ਪਾਸੇ ਸੀਗੀ। ਔਰ ਇੱਕ ਇੰਟਰਕੌਮ ਸੀਗਾ, ਇੰਟਰਕੌਮ ਤੇ ਗੱਲਬਾਤ ਚੱਲਦੀ ਸੀਗੀ। ਔਰ ਸੰਤਾਂ ਨੇ ਫੋਨ ਕੀਤਾ ਸਾਨੂੰ, ਸੰਤਾਂ ਨੇ ਖੁਦ, ਤੇ ਫੋਨ ਸ਼ਾਇਦ ਭਾਈ ਅਮਰਜੀਤ ਸਿੰਘ ਚਾਵਲਾ ਜਿਹੜੇ ਐਸਜੀਪੀਸੀ ਮੈਂਬਰ, ਇਹਨਾਂ ਨੇ ਚੁੱਕਿਆ ਜੀ, ਹਾਂਜੀ। ਅਸੀਂ ਉਹ ਫੋਨ ਇੱਕ ਕਮਰੇ 'ਚ ਰੱਖ ਲਿਆ ਸੀਗਾ। ਔਰ ਉਹਨਾਂ ਨੇ ਵਾਰੀ ਸਾਰਿਆਂ ਨੂੰ ਸੱਦ ਕੇ ਗੱਲ ਕੀਤੀ। ਮੈਨੂੰ ਵੀ ਮੋਰਚੇ ਤੋਂ ਸੱਦ ਕੇ ਬਕਾਇਦਾ ਸੰਤਾਂ ਨੇ ਗੱਲ ਕੀਤੀ ਤੇ ਮੈਨੂੰ ਕਹਿੰਦੇ ਲੰਬੂ ਚੜ੍ਹਦੀ ਕਲਾ 'ਚ ਰਹਿਣਾ ਹੈ। ਔਰ ਮੈਨੂੰ ਯਾਦ ਆ ਅੱਜ ਵੀ ਜਿਸ ਤਰੀਕੇ ਨਾਲ ਉਹਨਾਂ ਹੱਲਾਸ਼ੇਰੀ ਦਿੱਤੀ, ਜਿਸ ਚੜ੍ਹਦੀ ਕਲਾ ਨਾਲ ਬੋਲ ਰਹੇ ਸੀ, ਔਰ ਆਖਰੀ ਸ਼ਬਦ ਜਿਹੜੇ ਉਹਨਾਂ ਦੇ ਯਾਦ ਆ, ਕਹਿੰਦੇ ਲੰਬੂ ਤੂੰ ਗੁਰਬਾਣੀ ਨੂੰ ਪੜ੍ਹਨ ਵਾਲਾ ਆ, ਜਾਮ ਗੁਰੂ ਹੈ ਵੱਲ ਧਨੇ ਕਿਆ ਗਾਰਵ ਦਿੱਜੇ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਾ ਕਿਜੇ। ਮਤਲਬ ਜਿਹੜਾ ਇੱਕ ਜਰਨੈਲ ਦੀ ਆਪਦੇ ਸਿਪਾਹੀ ਨੂੰ ਇੱਕ ਪ੍ਰੇਰਨਾ, ਇੱਕ ਉਤਸ਼ਾਹਿਤ ਕਰਨਾ ਹੁੰਦਾ ਆ, ਉਹ ਸੰਤਾਂ ਦੇ ਸ਼ਬਦ ਯਾਦ। ਔਰ ਇੱਥੋਂ ਤੱਕ ਮੈਂ ਦੱਸ ਦੇਵਾਂ ਕਿ ਅਸੀਂ ਇਹ 5 ਤਰੀਕ ਸਵੇਰ ਦੀ ਗੱਲ, 5 ਤਰੀਕ ਦੁਪਹਿਰੇ ਅਸੀਂ ਸੰਤਾਂ ਕੋਲੇ ਭਾਈ ਹਰਮਿੰਦਰ ਸਿੰਘ ਸੰਧੂ ਨੇ ਬਕਾਇਦਾ ਇੱਕ ਚਿੱਠੀ ਲਿਖ ਕੇ ਭੇਜੀ ਕਿ ਸੰਤ ਜੀ ਸਾਰੀ ਲੜਾਈ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ, ਤੇ ਆਪ ਜੀ ਦਾ ਹੁਕਮ ਹੋਵੇ ਤੇ ਸਾਨੂੰ ਹੁਕਮ ਕਰੋ, ਅਸੀਂ ਸਾਰੇ ਇੱਧਰ ਆ ਜਾਈਏ।
ਔਰ ਸੰਤਾਂ ਨੇ ਬਕਾਇਦਾ ਵਾਪਸ ਚਿੱਠੀ ਭੇਜੀ, ਉਹ ਜਿਹੜੇ ਮੁੰਡੇ ਸਾਡੇ ਫੈਡਰੇਸ਼ਨ ਵਾਲੇ ਲੈ ਕੇ ਗਏ ਸੀਗੇ, ਤੇ ਉਹਦੇ ਉੱਤੇ ਭਾਈ ਅਮਰੀਕ ਸਿੰਘ ਹੋਰਾਂ ਨੇ ਲਿਖੀ, ਕਿਉਂਕਿ ਸੰਤਾਂ ਨੇ ਲਿਖਾਈ ਸੰਤਾਂ ਨੇ ਹੀ, ਪਰ ਹੁਕਮ ਸੰਤਾਂ ਦਾ ਸੀਗਾ ਕਿ ਬਿਲਕੁਲ ਤੁਸੀਂ ਇੱਧਰ ਨਹੀਂ ਆਉਣਾ, ਤੁਸੀਂ ਜਿੱਥੇ ਹੈਗੇ ਜੇ, ਜਿੱਥੇ ਤੁਹਾਡੀ ਡਿਊਟੀ ਲਾਈ ਤੁਸੀਂ ਇੱਥੇ ਹੀ ਰਹਿਣਾ। ਹਾਂਜੀ, ਔਰ ਇੱਥੋਂ ਤੱਕ ਸਾਰਾ ਗੱਲਬਾਤ ਚੱਲਦੀ ਰਹੀ ਹੈ। ਔਰ ਸੰਤਾਂ ਦਾ ਜਿਸ ਤਰੀਕੇ ਨਾਲ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸਾਰਾ ਉੱਥੇ ਪਹਿਰਾ ਦਿੱਤਾ ਆ, ਇਹਦੇ ਨਾਲ ਦੇਖੋ ਇੱਕ ਭਾਵੇਂ ਜੋ ਮਰਜ਼ੀ ਹੈ, ਸੰਤਾਂ ਦੀ ਜਿਹੜੀ ਅੱਜ ਜੈ ਜੈਕਾਰ ਹੋ ਰਹੀ ਆ, ਜਾਂ ਸੰਤਾਂ ਦੀ ਸ਼ਖਸੀਅਤ ਦੀ ਜੇ ਕੋਈ ਹਰ ਕੋਈ ਕਾਇਲ ਹੈ, ਵਿਰੋਧੀ ਵੀ ਕਾਇਲ ਹੈ। ਅੱਜ ਜਨਰਲ ਬਰਾੜ ਵਰਗੇ ਨੇ ਵੀ ਉਹਨਾਂ ਦੀ ਸਿਫਤਾਂ ਕਰਨੀਆਂ ਪੈ ਰਹੀਆਂ, ਤੇ ਇਸੇ ਕਰਕੇ ਆ ਕਿ ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਸਤਿਗੁਰੂ ਤੇ ਭਰੋਸਾ, ਉਹਨਾਂ ਦੀ ਅਡੋਲਤਾ, ਹਾਂਜੀ, ਉਹਨਾਂ ਦੀ ਕੁਰਬਾਨੀ ਦਾ ਜਜ਼ਬਾ ਜਿਹੜਾ ਆ ਉਹਦੇ ਕਰਕੇ ਕਰਨੀ ਪੈ ਰਹੀ ਹੈ। ਇਹਦੇ ਨਾਲ ਜਿਸ ਤਰ੍ਹਾਂ ਸਾਹਿਬ ਬੇਅੰਤ ਸਿੰਘ ਹੋਰਾਂ ਦੇ ਜਿੰਨਾ ਕੁ ਤੁਸੀਂ ਸੁਣਾ ਰਹੇ ਜੇ, ਉਹਦੇ ਨਾਲ ਜਿਹੜਾ ਆ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਆ ਕਮਜ਼ੋਰੀ ਸ਼ੋ ਹੁੰਦੀ। ਠੀਕ ਹੈ, ਉਹ ਅਸੀਂ ਪੂਰੀ ਇੰਟਰਵਿਊ ਜਲਦ ਨਿਊਜ਼ 18 ਦੇ ਦਰਸ਼ਕ ਉਸ ਨੂੰ ਸੁਣ ਸਕਣਗੇ। ਪਰ ਬਲਟੋਆ ਸਾਹਿਬ, ਇੱਕ ਆਖਰੀ ਸਵਾਲ, ਕੀ ਐਸਜੀਪੀਸੀ ਜਾਂ ਫਿਰ ਅਕਾਲੀ ਦਲ ਜਨਰਲ ਸ਼ੁਭੇਗ ਸਿੰਘ ਦੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕੋਈ ਕਰੇਗਾ? ਕੋਈ ਗੱਲਬਾਤ ਤੁਹਾਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ? ਆਖਿਰ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ, ਕਿਉਂ ਦਿੱਤੀ? ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਜਦੋਂ ਉਹਨਾਂ ਨੂੰ ਸਵਾਲ ਹੋਇਆ ਕਿ 39 ਸਾਲ ਬਾਅਦ ਇਹ ਗੱਲ ਕਿਉਂ ਹੋ ਰਹੀ ਹੈ, ਤਾਂ ਕਹਿੰਦੇ ਕਿ ਰਿਕਾਰਡ ਤਾਂ ਹੁੰਦਾ, ਐਸਜੀਪੀਸੀ ਦਾ ਕੰਮ ਸੀ ਕਿ ਐਸਜੀਪੀਸੀ ਨੇ ਦੇਖਣਾ ਸੀ ਕਿ ਕਿਹੜੀ ਗੱਲਾਂ ਬਾਹਰ ਆਈਆਂ ਨੇ ਤੇ ਇਹ ਗੱਲ ਦਾ ਕੋਈ ਰਿਕਾਰਡ ਹੈ ਕਿ ਨਹੀਂ ਹੈ। ਤਾਂ ਲੱਗਦਾ ਕਿ ਉਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਇੱਕ ਤਰੀਕੇ ਨਾਲ ਐਸਜੀਪੀਸੀ ਨੂੰ ਲੈ ਕੇ ਨਿਰਾਸ਼ਾ ਜਤਾਉਂਦੇ ਹੋਏ ਨਜ਼ਰ ਆਏ ਕਿ ਉਸ ਤਰੀਕੇ ਨਾਲ ਰਿਐਕਟ ਨਹੀਂ ਕੀਤਾ ਜਿਵੇਂ ਹੋਣਾ ਚਾਹੀਦਾ ਸੀ। ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਪਹਿਲੀ ਤੇ ਗੱਲ ਹੈ ਉਹਨਾਂ ਦੀ ਇੱਥੇ ਹੀ ਗੱਲ ਜਿਹੜੀ ਹੈ ਆਪਣੇ ਆਪ ਹੀ ਕੰਟਰਾਡਿਕਟਰੀ ਹੋ ਜਾਂਦੀ ਹੈ, ਕਿਉਂਕਿ ਐਸਜੀਪੀਸੀ ਦਾ ਸੰਤਾਂ ਦੇ ਨਾਲ ਸਵਾਏ ਇਸ ਗੱਲ ਤੋਂ ਕਿ ਉੱਥੋਂ ਲੰਗਰ ਪਾਣੀ ਚੱਲਦਾ ਸੀ, ਜਾਂ ਜੋ ਸੰਤ ਜੀ ਦੀ ਸੇਵਾ ਕਰ ਸਕਦੀ ਸੀ ਉਹ ਐਸਜੀਪੀਸੀ ਕਰਦੀ ਸੀ। ਐਸਜੀਪੀਸੀ ਦਾ ਸੰਤਾਂ ਦੇ ਮਾਮਲਿਆਂ 'ਚ ਜਾਂ ਸੰਤਾਂ ਦੇ ਜੋ ਸਾਰਾ ਪ੍ਰੋਗਰਾਮ ਸੀ ਉਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ। ਬਾਕੀ ਇਹ ਸਾਰਾ ਓਪਨ ਸੀਕ੍ਰੇਟ ਹੈ, ਜਿਹੜੇ ਉਸ ਸਮੇਂ ਦੇ ਸਿੰਘ ਨੇ, ਇਹ ਇੱਕ ਓਪਨ ਸੀਕ੍ਰੇਟ ਹੈ ਕਿ ਖੁੱਲ੍ਹੇਆਮ ਇੱਕ ਉਦਾਹਰਨ ਹੈ ਕਿ ਉੱਥੇ ਕਿਸ ਤਰੀਕੇ ਨਾਲ ਚੱਲਦਾ ਸੀਗਾ। ਔਰ ਐਸਜੀਪੀਸੀ ਨਾ ਤਾਂ ਕੋਈ ਰਿਕਾਰਡ ਕਰ ਸਕਦੀ ਸੀ, ਨਾ ਐਸਜੀਪੀਸੀ ਨੂੰ ਪ੍ਰਚਾਰ ਸਕਦੀ ਸੀ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਹਮੇਸ਼ਾ ਹੀ ਜਿਹੜੇ ਸਤਿਕਾਰਤ ਪਰਿਵਾਰ ਨੇ, ਕੌਮੀ ਪਰਿਵਾਰ ਨੇ, ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਪਰ ਸਾਡੀ ਹੱਥ ਭਰ ਕੇ ਬੇਨਤੀ, ਚਾਹੇ ਸਰ ਬੇਅੰਤ ਸਿੰਘ ਨੇ ਤੇ ਚਾਹੇ ਕੋਈ ਹੋਰ ਹੈ ਜਾਂ ਕਿਸੇ ਹੋਰ ਸ਼ਹੀਦ ਪਰਿਵਾਰ ਚੋਂ ਹੈ, ਉਹ ਸਾਡੀ ਹੱਥ ਭਰ ਕੇ ਇੰਨੀ ਕੁ ਬੇਨਤੀ ਹੈ ਕਿ ਜੇ ਤੁਸੀਂ ਅਸਲੀਅਤ ਨਹੀਂ ਜਾਣਦੇ, ਜੇ ਤੁਹਾਨੂੰ ਅਸਲੀਅਤ ਤੋਂ ਅਣਜਾਣ ਜੇ, ਤੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ ਜਿਹਦੇ ਨਾਲ ਇਤਿਹਾਸ ਵਿਗੜੇ। ਬਹੁਤ ਤਰੀਕੇ, ਮਤਲਬ ਇੰਨਾ ਜ਼ਿਆਦਾ ਕਿਤਾਬ ਖਰੀਦ ਕੇ ਲਿਆਈ ਦੀਆਂ, ਪੜ੍ਹੀਏ, ਕੁਝ ਇਹ 'ਚ ਸੱਚਾਈ ਹੋਊਗੀ, ਫਿਰ ਮੱਥੇ ਨੂੰ ਹੱਥ ਮਾਰੀਦਾ ਕਿ ਇਹਨੇ ਕੀ ਲਿਖਿਆ ਹੈ। ਮਤਲਬ 99% ਕਿਤਾਬਾਂ ਜਿਹੜੀਆਂ ਨੇ ਝੂਠ ਦੀਆਂ ਭਰੋਸੀਆਂ ਹੋਈਆਂ ਨੇ, ਜਿਹੜੀਆਂ 84 ਤੇ ਜਾਂ ਆਪਰੇਸ਼ਨ ਬਲੂ ਸਟਾਰ ਤੇ ਲਿਖੀਆਂ ਹੋਈਆਂ ਨੇ। ਵੱਡੇ ਵੱਡੇ ਪੱਤਰਕਾਰ ਜਿਹੜੇ ਦਾਅਵਾ ਕਰਦੇ ਨੇ ਕਿ ਅਸੀਂ ਸੰਤਾਂ ਦੇ ਨਜ਼ਦੀਕੀ ਸੀ ਜੀ, ਅਸੀਂ ਆਹ ਕਰਦੇ ਸੀ, ਮੈਂ ਸੰਤਾਂ ਨੂੰ ਆਹ ਕਹਿਤਾ ਜੀ, ਸੰਤਾਂ ਨੇ ਮੈਨੂੰ ਆਹ ਕਹਿਤਾ ਜੀ, ਬਿਲਕੁਲ ਝੂਠੋ ਝੂਠ ਸਭ ਨੇ ਇਤਰਾਜ਼ ਕੀਤਾ ਹੈ। ਠੀਕ ਹੈ ਬਲਟੋਆ ਸਾਹਿਬ, ਜੀ ਕਰ ਲਓ, ਤੁਸੀਂ ਕੰਪਲੀਟ ਕਰ ਲਓ। ਮੇਰੇ ਵਰਗਿਆਂ ਦਾ ਜੀ ਕਰਦਾ ਆ ਕਿਤਾਬ ਲਿਖੀਏ, ਕਈ ਹੁਣ ਸਮੇਂ ਦੀ ਘਾਟ ਕਰਕੇ ਜਾਂ ਕਈ ਗੱਲਾਂ ਕਰਕੇ ਉਹ ਨਹੀਂ ਅਸੀਂ ਕਰ ਸਕੇ, ਜਾਂ ਕਰਨਾ ਚਾਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਕਰੀਏ ਵੀ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਜਿਸ ਸੱਜਣ ਕੋਲੇ ਤੱਥ ਨਹੀਂ ਹੈਗੇ, ਇਹ ਇਤਿਹਾਸ ਹੈ, ਬਹੁਤ ਵੱਡੀ ਹਿਸਟਰੀ ਹੈ ਔਰ ਮਾਣਮੱਤੀ ਹਿਸਟਰੀ ਹੈ, ਇਹਦੇ ਵਿੱਚ ਮਲਗੋਬਾ ਨਾ ਕਰੋ, ਆਪੋ ਆਪਣੇ ਬਿਆਨ ਦੇ ਕੇ ਉਸ ਹਿਸਟਰੀ ਨੂੰ ਨਾ ਬਦਲੋ। ਮੈਂ ਬਲਟੋਆ ਸਾਹਿਬ, ਮੈਂ ਇੱਕ ਵਾਰੀ ਤੁਹਾਡੇ ਤੋਂ ਫਿਰ ਇਸੇ ਪੁਆਇੰਟ ਤੇ, ਤੁਹਾਨੂੰ ਨਹੀਂ ਲੱਗਦਾ ਕਿ ਗੱਲ ਹੋਣੀ ਚਾਹੀਦੀ ਹੈ? ਕਿਉਂਕਿ ਤੁਹਾਨੂੰ ਪਤਾ ਹੈ ਕਿ ਕੁਝ ਧਿਰਾਂ ਅਜਿਹੀਆਂ ਨੇ ਜਾਂ ਕੁਝ ਲੋਕ ਅਜਿਹੇ ਨੇ ਜੋ ਇਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਹਮਲਾ ਨਾ ਹੁੰਦਾ ਜੇਕਰ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ, ਜੋ ਕਿਸੇ ਹੋਰ ਥਾਂ ਤੇ ਹੁੰਦੇ ਤਾਂ ਉਹ ਹਮਲਾ ਉੱਥੇ ਨਾ ਹੁੰਦਾ। ਉਸ ਕੰਟੈਕਸਟ ਦੇ ਵਿੱਚ ਕੀ ਕਲੀਅਰ ਹੋਵੇ ਲੋਕਾਂ ਨੂੰ, ਜੇ ਤੁਸੀਂ ਜਨਰਲ ਸ਼ੁਭੇਗ ਸਿੰਘ ਦੇ ਪਰਿਵਾਰ ਦੇ ਨਾਲ ਜਾਂ ਅਕਾਲੀ ਦਲ ਜਾਂ ਐਸਜੀਪੀਸੀ ਗੱਲ ਕਰੇ ਕਿ ਕਿਹੜੇ ਤੱਥ ਨੇ ਤੁਹਾਡੇ ਕੋਲ, ਉੱਥੇ ਕੀ ਹੋਇਆ ਸੀ, ਜਾਂ ਫਿਰ ਜਨਰਲ ਸ਼ੁਭੇਗ ਸਿੰਘ ਤੋਂ ਕੀ ਜਾਣਕਾਰੀ ਮਿਲੀ ਸੀ, ਜਾਂ ਕੀ ਉਹਨਾਂ ਨੇ ਗੱਲਾਂ ਕਹੀਆਂ ਆਖਰੀ ਸਮੇਂ ਦੇ ਵਿੱਚ ਉਹ ਲੋਕਾਂ ਦੇ ਸਾਹਮਣੇ ਆਉਣ? ਮੈਂ ਗੌਰਵ ਬੇਲੀ ਤੇ ਗੱਲ ਕਰਦਾ। ਜਨਰਲ ਸ਼ੁਭੇਗ ਸਿੰਘ ਸਾਡੇ ਵਿੱਚ ਰਹੇ ਨੇ ਜੀ, ਅਸੀਂ 3 ਤਰੀਕ ਸ਼ਾਮ ਤੱਕ ਇਕੱਠੇ ਰਹੇ ਹਾਂ। ਮੈਂ 2 ਦੀ ਤੁਹਾਨੂੰ ਕਹਾਣੀ ਦੱਸਤੀ, ਮੇਰਾ ਮੋਰਚਾ ਤਿਆਰ ਕਰਵਾਇਆ ਉਹਨਾਂ ਨੇ। ਬਾਕੀ ਮੈਂ ਗੱਲ ਦੱਸਾਂ, ਜਿਹੜੀ ਇੰਦਰਾ ਗਾਂਧੀ ਦੀ ਸੋਚ ਸੀਗੀ, ਜਿਹੜੀ ਮਾਨਸਿਕਤਾ ਸੀਗੀ, ਉਹ ਸਿੱਖਾਂ ਨੂੰ ਸਬਕ ਸਿਖਾਉਣ ਦੀ ਸੀ, ਸਿੱਖਾਂ ਦੀ ਨਸਲਕੁਸ਼ੀ ਦੀ ਸੀਗੀ, ਔਰ ਉਹ ਸਾਰਾ ਕੁਛ ਕਰਕੇ ਹਿੰਦੁਸਤਾਨ 'ਚ ਵੋਟਾਂ ਲੈਣ ਦੀ ਉਹਦੀ ਇੱਕ ਨੀਤੀ ਸੀਗੀ।
ਔਰ ਤੁਸੀਂ ਇਹ ਦੱਸੋ, ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਜਿਹੜੇ ਬਾਕੀ 38 ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਹੈ, ਫੌਜ ਚੜ੍ਹੀ ਹੈ, ਪਟਿਆਲੇ ਦੇ ਵਿੱਚ ਸਿੰਘ ਸ਼ਹੀਦ ਕੀਤੇ ਨੇ, ਉੱਥੇ ਗੋਲੀ ਚਲਾ ਕੇ ਉਹੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਉੱਤੇ 38 ਦੇ ਉੱਤੇ ਹਮਲਾ ਕੀਤਾ। ਉੱਥੇ ਸੰਤ ਬੈਠੇ ਸੀਗੇ, ਉੱਥੇ ਸੰਤ ਹੈਗੇ ਸੀਗੇ ਜੀ, ਉੱਥੇ ਕੀ ਲੱਗਾ ਦੇਗਾ ਸੀਗਾ। ਹਾਂਜੀ, ਇਸ ਕਰਕੇ ਜਿਹੜਾ ਆ ਉਹ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਇਹ ਸਾਰਾ ਕੁਝ ਹੋਣਾ ਹੀ ਸੀਗਾ। ਹਾਂਜੀ, ਨਾ ਤੇ ਇਹ ਦੇਖੋ, ਤੁਸੀਂ ਦੇਖੋ ਯਕਦਮ 1 ਤਰੀਕ ਨੂੰ ਗੋਲੀ ਚਲਾਈ ਜਾਂਦੀ ਆ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਯਕਦਮ 1 ਤਰੀਕ ਨੂੰ ਗੋਲੀ ਚਲਾਈ ਜਾਂਦੀ ਆ, ਇੱਕ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਆ, ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਆ। ਹਾਂਜੀ, ਇਹ ਕੋਈ ਆਜ਼ਾਦ ਹਿੰਦੁਸਤਾਨ ਦਾ ਹੈ, ਇੱਕ ਡੈਮੋਕ੍ਰੈਟਿਕ ਦੇਸ਼ ਦਾ ਹੈ। ਉਹਨਾਂ ਲੋਕਾਂ ਦੇ ਉੱਤੇ ਹਮਲਾ, ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਹਮਲਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੋਵੇ। ਠੀਕ ਹੈ ਵਲਟੋਆ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਲਾਜ਼ਮੀ ਤੌਰ ਤੇ ਇੱਕ ਵੱਡੀ ਸਟੇਟਮੈਂਟ ਤਾਂ ਜ਼ਰੂਰ ਹੈ, ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਇਸ ਦੇ ਪਿੱਛੇ ਸੋਲਿਡ ਤੱਥ ਕੀ ਨੇ, ਕਿਉਂਕਿ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਉਹ ਚਾਹੇ ਗੁਰਚਰਨ ਸਿੰਘ ਗਰੇਵਾਲ ਜੀ ਜਨਰਲ ਸਕੱਤਰ ਐਸਜੀਪੀਸੀ ਦੇ ਜੁੜੇ ਹੋਣ, ਉਹ ਜ਼ਿਕਰ ਕਰ ਰਹੇ ਹੋਣ, ਜਾਂ ਫਿਰ ਵਿਰਸਾ ਸਿੰਘ ਵਲਟੋਹਾ ਜੀ, ਔਰ ਇਨਫੈਕਟ ਇਹ ਦੋਵੇਂ ਆਗੂ ਇਹ ਵੀ ਜ਼ਿਕਰ ਕਰਦੇ ਨਜ਼ਰ ਆਏ ਕਿ ਜੂਨ 1984 ਦੇ ਵਿੱਚ ਜਦੋਂ ਪਹਿਲੇ ਹਫ਼ਤੇ 'ਚ ਜੂਨ ਦੇ ਇਹ ਪੂਰਾ ਘਟਨਾਕ੍ਰਮ ਅੰਮ੍ਰਿਤਸਰ ਦੇ ਵਿੱਚ ਹੋਇਆ ਤਾਂ ਉੱਥੇ ਉਹ ਮੌਜੂਦ ਸਨ। ਇਨਫੈਕਟ ਵਿਰਸਾ ਸਿੰਘ ਵਲਟੋਹਾ ਜੀ ਨੇ ਜ਼ਿਕਰ ਕੀਤਾ ਕਿ ਉੱਥੇ 1 ਜੂਨ 2 ਜੂਨ ਜਾਂ 3 ਜੂਨ ਨੂੰ ਜਿਸ ਤਰੀਕੇ ਨਾਲ ਮੋਰਚਾਬੰਦੀ ਹੋ ਰਹੀ ਸੀ, ਉਹ ਲਗਾਤਾਰ ਉੱਥੇ ਸੀ। ਹੁਣ ਸਵਾਲ ਇਹੀ ਹੈ ਕਿ ਜੇਕਰ ਸ਼ੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਦਾਅਵਾ ਕਰ ਰਹੇ ਨੇ ਤਾਂ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ।